देखो ये ਜਿਹੜਾ ਰੇਟਾਂ ਦੇ ਵਧਣ ਦਾ ਕੰਮ ਹੈ ਇਹ ਕੋਈ ਅੱਜ ਨਵਾਂ ਨਹੀਂ ਹੋ ਰਿਹਾ। ਪਿਛਲੇ ਸਾਲ ਡੇਢ ਸਾਲ ਤੋਂ ਇਹ ਇੰਨਾ ਕਿ ਜ਼ਿਆਦਾ ਚੇਂਜ ਹੋ ਗਿਆ ਇਹਦੇ ਵਿੱਚ। ਜਦੋਂ ਕੋਵਿਡ ਤੋਂ ਬਾਅਦ ਇਹ ਇੰਡਸਟਰੀ ਸ਼ੁਰੂ ਹੋਈ ਸੀ ਫਸਟ ਟਾਈਮ, ਉਸ ਵੇਲੇ ਜਿਹੜੇ ਰੇਟ 40-45 ਹਜ਼ਾਰ ਰੁਪਏ ਦੇ ਉੱਤੇ ਮਟੀਰੀਅਲ ਮਿਲਦੇ ਸੀਗੇ, ਅੱਜ ਦੀ ਡੇਟ ਦੇ ਉੱਤੇ ਉਹ 70-75 ਹਜ਼ਾਰ ਰੁਪਏ ਰੇਟ 'ਤੇ आ गया। ਹੁਣ 75 ਰੁਪਏ ਕਿਲੋ ਲੈ ਕੇ ਜਾਂ 75,000 ਰੁਪਏ ਟਨ ਮਾਲ ਲੈ ਕੇ ਤੁਸੀਂ ਮਾਲ ਬਣਾਉਣਾ, ਤੇ ਅੱਗੇ ਤੋਂ ਅੱਗੇ ਰੇਟ ਜਦੋਂ ਵਧੀ ਜਾਂਦੇ ਆ ਤੇ ਸਾਡੇ ਵਾਸਤੇ ਕੰਮ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਆ। ਇਹ ਲੋਹੇ ਦੀ ਟ੍ਰੇਡ ਜਿਹੜੀ ਇੱਕ ਇੱਦਾਂ ਦੀ ਇਹਦੀ ਕਮੋਡਿਟੀ ਟ੍ਰੇਡਿੰਗ ਹੋਣ ਲੱਗ ਗਈ ਆ ਜਿੱਦਾਂ ਗੋਲਡ ਦੀ ਹੁੰਦੀ ਸੀ। ਸਵੇਰੇ ਤੇ ਸ਼ਾਮ ਦੇ ਰੇਟਾਂ ਦੇ ਵਿੱਚ ਕਈ ਵਾਰ ਤਾਂ 500-500 ਹਜ਼ਾਰ ਦਾ 2-2 ਹਜ਼ਾਰ ਟਨ ਰੁਪਈਏ ਦਾ ਫਰਕ ਆ ਜਾਂਦਾ। ਕਿਉਂਕਿ ਜਿਸ ਵੇਲੇ ਅਸੀਂ ਟ੍ਰੇਡਰ ਕੋਲ ਜਾ ਕੇ ਗੱਲ ਕਰਦੇ ਵੀ ਸਾਨੂੰ ਇੰਨਾ ਮਟੀਰੀਅਲ ਚਾਹੀਦਾ, ਉਹ ਕਹਿੰਦਾ ਜੀ ਮੇਰਾ 2 ਘੰਟੇ ਦਾ ਜਾਂ ਅੱਧੇ ਘੰਟੇ ਦਾ ਆਹ ਭਾਅ ਹੈਗਾ, ਤੁਸੀਂ ਮਾਲ ਲਓ ਤੇ ਨਹੀਂ ਤਾਂ ਅਗਲਾ। ਜਦੋਂ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਤੁਸੀਂ ਇੱਕ ਰੈਗੂਲੇਟਰੀ ਕਮਿਸ਼ਨ ਬਣਾਓ, ਜਿਹੜੀਆਂ ਵੱਡੀਆਂ ਮਿੱਲਾਂ ਨੇ ਇਹਨਾਂ ਦਾ ਇੱਕ ਸਿਸਟਮ ਹੋਣਾ ਚਾਹੀਦਾ ਵੀ ਇਹ ਮਿਨੀਮਮ 3 ਜਾਂ 6 ਮਹੀਨੇ ਤੋਂ ਬਾਅਦ ਇੱਕ ਵਾਰ ਰੇਟ ਚੇਂਜ ਕਰਨ। ਅੱਜ ਜਦ ਵੱਡੀਆਂ ਮਿੱਲਾਂ ਦਾ ਵੀ ਰੇਟ ਨਹੀਂ ਪਤਾ ਲੱਗਦਾ ਪਿਆ ਵੀ ਕਦੋਂ ਵੱਧ ਜਾਣਾ ਆ, ਤੇ ਉਹਦੇ ਥੱਲੇ ਹੀ ਜਿੰਨੇ ਲੋਕਲ ਪ੍ਰੋਡਿਊਸਰ ਨੇ, ਚਾਹੇ ਉਹ ਸਾਡੇ ਮੰਡੀ ਗੋਬਿੰਦਗੜ੍ਹ 'ਚ ਬਣ ਰਹੇ ਆ, ਚਾਹੇ ਲੁਧਿਆਣੇ 'ਚ ਬਣ ਰਹੇ, ਜਾਂ ਕਿਤੇ ਹੋਰ ਵੀ ਇੰਡੀਆ 'ਚ ਜਿੱਥੀਆਂ ਵੀ ਮਿੱਲਾਂ ਹੈਗੀਆਂ ਜਿਹੜੀਆਂ ਵੀ ਆ, ਉਹਨਾਂ ਦਾ ਵੀ ਇਹੀ ਹਾਲ ਹੋਇਆ ਆ। ਉਹਨਾਂ ਨੂੰ ਕੋਈ ਪਤਾ ਨਹੀਂ ਸਵੇਰੇ ਉਹਨਾਂ ਨੇ ਕਿਸ ਭਾਅ 'ਤੇ ਸਾਨੂੰ ਮਾਲ ਦੇਣਾ। ਅੱਜ ਕੋਈ ਨਿਯਮ ਨਹੀਂ ਹੈ ਜੀ, ਹਰ ਬੰਦੇ ਦਾ ਆਪਣਾ ਰੇਟ ਹੈ। ਉਹ ਕਹਿੰਦਾ ਤੁਸੀਂ ਲੈਣਾ ਲਓ, ਨਹੀਂ ਲੈਣਾ ਨਾ ਲਓ। ਐਸ ਪਾਰ ਹੀ ਜਾ ਰਿਹਾ, ਜਿੰਨੇ ਕੁ ਦਾ ਪੈਸੇ ਦਾ ਬਣਦਾ ਉਨੇ ਦਾ ਫਿਰ ਗਿਆ। ਜਿਹੜੀ ਇੰਡਸਟਰੀ ਨੂੰ ਥੋੜ੍ਹੇ ਮੋਟੇ ਫੈਂਸੀ ਸਾਈਕਲ ਬਣਾ ਰਹੇ ਆ, ਉਹਦੇ ਵਿੱਚ ਥੋੜ੍ਹੇ ਮੋਟੇ ਪੈਸੇ ਲੱਭਦੇ ਪਏ ਆ। ਅਦਰਵਾਈਜ਼ ਜਿਹੜੀ ਸਾਈਕਲ ਇੰਡਸਟਰੀ ਹੈ ਬਹੁਤ ਬੁਰੇ ਹਾਲਤ। ਮੇਕ ਇਨ ਇੰਡੀਆ ਐਂਡ ਮੇਡ ਇਨ ਇੰਡੀਆ ਕਿੱਦਾਂ ਬਣ ਜੂਗਾ ਜੇ ਤੁਹਾਡੀ ਇੰਡਸਟਰੀ ਦੇ ਰॉ ਮਟੀਰੀਅਲ ਹੀ ਤੁਹਾਡੇ ਕੋਲ ਨਹੀਂ ਰਹਿਣਗੇ। ਇੱਕ ਆਮ ਸਿੰਪਲ ਚੀਜ਼ ਆ, ਇੱਕ ਰੇਤਾ ਜਾਂ ਬਜਰੀ ਜਿਹੜੀ ਹੈਗੀ ਆ, ਨਹਿਰਾਂ 'ਚੋਂ ਰੇਤਾ ਆਪਾਂ ਕੱਢਦੇ ਹਾਂ, ਸਾਡੇ ਉਹਦਾ ਵੀ ਸਿਸਟਮ ਹੈ ਨਹੀਂ ਗਾ। ਅਤੇ ਉਹਦਾ ਸਿਸਟਮ ਨਾ ਹੋਣ ਕਰਕੇ ਜਿਹੜੀ ਟਰਾਲੀ 1100-1200 ਰੁਪਏ ਦੀ ਮਿਲਦੀ ਸੀ, ਉਹ 4-4 ਹਜ਼ਾਰ 5-5 ਹਜ਼ਾਰ ਨੂੰ ਮਿਲਣ ਲੱਗ ਗਈ। ਇਹੀ ਕੋਲੇ ਦਾ ਹਾਲ ਹੈ, ਕੋਈ ਸਿਸਟਮ ਹੀ ਨਹੀਂ ਹੈਗਾ। ਜਿਹੜੀਆਂ ਚੀਜ਼ਾਂ 'ਤੇ ਧਿਆਨ ਦੇਣ ਵਾਲਾ ਆ ਉਹਦੇ 'ਤੇ ਸਾਡਾ ਧਿਆਨ ਨਹੀਂ ਹੈ। ਜਿਹੜੀਆਂ ਚੀਜ਼ਾਂ 'ਤੇ ਸਾਡਾ ਧਿਆਨ ਨਹੀਂ ਕਰਨ ਵਾਲਾ, ਜਿੱਦਾਂ ਹੁਣ ਕਾਨੂੰਨ ਬਣਾ ਦਿੱਤਾ ਸਾਰਾ ਕਿਸਾਨਾਂ ਦੇ ਉੱਤੇ, ਉਹ ਇੱਕ ਪਾਸੇ ਦਾ ਕਿਸਾਨ ਜਿਹੜਾ ਕਾਨੂੰਨ ਲੈਣ ਨੂੰ ਤਿਆਰ ਨਹੀਂ ਹੈ, ਤੁਸੀਂ ਉਹਦੇ 'ਤੇ ਥੋਪੀ ਜਾ ਰਹੇ ਹੋ। ਔਰ ਸਾਲ ਹੋ ਗਿਆ ਉਹ ਬੰਦੇ ਵੀ ਉੱਥੇ ਪਰੇਸ਼ਾਨ ਬੈਠੇ ਆ। ਇੱਥੇ ਇੰਡੀਆ ਦੇ ਵਿੱਚ ਟ੍ਰੇਡਿੰਗ ਇੰਡੀਆ ਬਣ ਜਾਏਗਾ, ਨਾ ਕਿ ਮੈਨੂਫੈਕਚਰਿੰਗ ਇੰਡੀਆ ਬਣ ਜਾਏਗਾ। जनहितैषी टीआरपी नहीं खरीदते, भरोसा जीतते हैं हम। ਤੁਸੀਂ ਦੇਖ ਰਹੇ ਹੋ ਜਨਹਿਤੈਸ਼ੀ ਤੇ ਮੈਂ ਹਾਂ ਅਨੁਜ ਕੁਮਾਰ। ਦੇਸ਼ ਅੰਦਰ ਲਗਾਤਾਰ ਸਟੀਲ ਦੀ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਜਿਸ ਨੂੰ ਲੈ ਕੇ ਬੀਤੇ ਦਿਨ ਇੰਡਸਟਰੀ ਵੱਲੋਂ ਇੱਕ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਅੱਜ ਅਸੀਂ ਮੌਜੂਦ ਹਾਂ ਭੋਗਲ ਐਂਡ ਸੰਸ ਦੇ ਸ਼੍ਰੀ ਅਵਤਾਰ ਸਿੰਘ ਭੋਗਲ ਜੀ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਪ੍ਰਭਾਵ ਇਸ ਜਿਹੜੇ ਸਟੀਲ ਦੇ ਰੇਟ ਵਧੇ ਪਾ ਰਹੇ ਨੇ। ਕਿਉਂਕਿ ਜਿਹੜੀ ਸਾਡੀ ਖਾਸ ਕਰਕੇ ਆਪਣੀ ਸਾਈਕਲ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਜ਼ਿਆਦਾਤਰ ਸਟੀਲ ਦੇ ਬਹੁਤ ਨਿਰਭਰ ਹੈ, ਕਿਉਂਕਿ ਸਾਰੇ ਪਾਰਟਸ ਇਸ ਤੋਂ ਬਣਦੇ ਹਨ। ਸਾਡੇ ਨਾਲ ਗੱਲਬਾਤ ਕਰਨੇ ਹਨ। ਸਰ, ਸਭ ਤੋਂ ਪੁੱਛਣਾ ਚਾਹਾਂਗੇ ਕਿ ਰੇਟਾਂ 'ਚ ਵਾਧਾ ਹੋ ਰਿਹਾ ਸਟੀਲ ਦੇ ਰੇਟਾਂ 'ਚ, ਕੱਲ੍ਹ ਇੰਡਸਟਰੀ ਨੇ ਪ੍ਰੋਟੈਸਟ ਵੀ ਕੀਤਾ, ਕੀ ਕਾਰਨ ਰੇਟ ਵੱਧ ਰਹੇ ਨੇ? ਦੇਖੋ ਇਹ ਜਿਹੜਾ ਰੇਟਾਂ ਦੇ ਵਧਣ ਦਾ ਕੰਮ ਹੈ ਇਹ ਕੋਈ ਅੱਜ ਨਵਾਂ ਨਹੀਂ ਹੋ ਰਿਹਾ। ਪਿਛਲੇ ਸਾਲ ਡੇਢ ਸਾਲ ਤੋਂ ਇਹ ਇੰਨਾ ਕਿ ਜ਼ਿਆਦਾ ਚੇਂਜ ਹੋ ਗਿਆ ਇਹਦੇ ਵਿੱਚ। ਜਦੋਂ ਕੋਵਿਡ ਤੋਂ ਬਾਅਦ ਇਹ ਇੰਡਸਟਰੀ ਸ਼ੁਰੂ ਹੋਈ ਸੀ ਫਸਟ ਟਾਈਮ, ਉਸ ਵੇਲੇ ਜਿਹੜੇ ਰੇਟ 40-45 ਹਜ਼ਾਰ ਰੁਪਏ ਦੇ ਉੱਤੇ ਮਟੀਰੀਅਲ ਮਿਲਦੇ ਸੀਗੇ, ਅੱਜ ਦੀ ਡੇਟ ਦੇ ਉੱਤੇ ਉਹ 70-75 ਹਜ਼ਾਰ ਰੁਪਏ ਰੇਟ 'ਤੇ ਆ ਗਏ ਹੈ। ਹੁਣ 75 ਰੁਪਏ ਕਿਲੋ ਲੈ ਕੇ ਜਾਂ 75 ਹਜ਼ਾਰ ਰੁਪਏ ਟਨ ਮਾਲ ਲੈ ਕੇ ਤੁਸੀਂ ਮਾਲ ਬਣਾਉਣਾ,
ਤੇ ਅੱਗੇ ਤੋਂ ਅੱਗੇ ਰੇਟ ਜਦੋਂ ਵਧੀ ਜਾਂਦੇ ਆ ਤੇ ਸਾਡੇ ਵਾਸਤੇ ਕੰਮ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਆ, ਕਿਉਂਕਿ ਜਿਹੜੇ ਵੀ ਸਾਨੂੰ ਆਰਡਰ ਆਉਂਦੇ ਨੇ ਉਹ ਸੇਮ ਡੇ ਤਾਂ ਕੋਈ ਆਰਡਰ ਨਿਕਲ ਨਹੀਂ ਸਕਦੇ ਹੁੰਦੇ। ਉਹ ਆਰਡਰ ਨੂੰ ਸਾਨੂੰ 15 ਦਿਨ ਮਹੀਨੇ ਦਾ ਟਾਈਮ ਲੱਗਦਾ। ਔਰ ਇਹ ਲੋਹੇ ਦੀ ਟਰੇਡ ਜਿਹੜੀ ਇੱਕ ਇੱਦਾਂ ਦੀ ਇਹਦੀ ਕਮੋਡਿਟੀ ਟਰੇਡਿੰਗ ਹੋਣ ਲੱਗ ਗਈ ਆ ਜਿੱਦਾਂ 골ਡ ਦੀ ਹੁੰਦੀ ਸੀ। ਸਵੇਰੇ ਅਤੇ ਸ਼ਾਮ ਦੇ ਰੇਟਾਂ ਦੇ ਵਿੱਚ ਕਈ ਵਾਰ ਤਾਂ 500 ਹਜ਼ਾਰ ਦਾ 2-2000 ਟਨ ਰੁਪਈਏ ਦਾ ਫਰਕ ਆ ਜਾਂਦਾ। ਹੁਣ ਜੇ 2000 ਰੁਪਏ ਜਾਂ 1000 ਰੁਪਏ ਟਨ ਦਾ ਫਰਕ ਆ ਗਿਆ, ਜਿਸ ਬੰਦੇ ਦੇ ਮਹੀਨੇ ਦਿਨ ਦਾ ਜਾਣੀ ਕਿ 5 ਟਨ ਜਾਂ 10 ਟਨ ਮਾਲ ਲੱਗਣਾ, ਅਤੇ ਉਹ ਜਦੋਂ ਮਾਰਕੀਟ 'ਚ ਲੈਣ ਜਾਂਦਾ, ਇੱਕ ਤਾਂ ਉਹਨੂੰ ਮਾਰਕੀਟ ਦੇ ਵਿੱਚ ਅਵੇਲੇਬਿਲਟੀ ਆਫ ਰॉ ਮਟੀਰੀਅਲ ਹੈ ਨਹੀਂ ਗੀ। ਦੂਸਰੀ ਪਾਸੇ ਸਭ ਤੋਂ ਵੱਡੀ ਚੀਜ਼ ਹੈਗੀ ਆ ਉਹਦੀ ਪ੍ਰਾਈਸ ਇੱਕ ਫਿਕਸ ਨਹੀਂ ਹੈਗੀ ਹੈ, ਕਿਉਂਕਿ ਜਿਸ ਵੇਲੇ ਅਸੀਂ ਟਰੇਡਰ ਕੋਲ ਜਾ ਕੇ ਗੱਲ ਕਰਦੇ ਵੀ ਸਾਨੂੰ ਇੰਨਾ ਮਟੀਰੀਅਲ ਚਾਹੀਦਾ, ਉਹ ਕਹਿੰਦਾ ਜੀ ਮੇਰਾ 2 ਘੰਟੇ ਦਾ ਜਾਂ ਅੱਧੇ ਘੰਟੇ ਦਾ ਆਹ ਭਾਅ ਹੈਗਾ, ਤੁਸੀਂ ਮਾਲ ਲਓ ਅਤੇ ਨਹੀਂ ਤਾਂ ਅਗਲਾ ਸੀ। ਇਹ ਹਰ ਕਿਉਂ ਘੰਟੇ 2-2 ਘੰਟੇ ਬਾਅਦ ਰੇਟ ਚੇਂਜ ਹੋ ਰਹੇ ਆ। ਇਹ ਸਰਕਾਰ ਇਸ ਵਾਸਤੇ ਕਿਉਂ ਨਹੀਂ ਦੇਖਦੀ? ਜਦੋਂ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਤੁਸੀਂ ਇੱਕ ਰੈਗੂਲੇਟਰੀ ਕਮਿਸ਼ਨ ਬਣਾਓ, ਜਿਹੜੀਆਂ ਵੱਡੀਆਂ ਮਿੱਲਾਂ ਨੇ ਇਹਨਾਂ ਦਾ ਇੱਕ ਸਿਸਟਮ ਹੋਣਾ ਚਾਹੀਦਾ ਵੀ ਇਹ ਮਿਨੀਮਮ 3 ਜਾਂ 6 ਮਹੀਨੇ ਤੋਂ ਬਾਅਦ ਇੱਕ ਵਾਰ ਰੇਟ ਚੇਂਜ ਕਰਨ। ਔਰ ਜਦੋਂ ਉਹ ਕਿਤੋਂ ਚੇਂਜ ਕਰਦੇ ਆ ਅਤੇ ਜਿਹੜੀ ਲੋਕਲ ਪ੍ਰੋਡਿਊਸਰ ਹੁੰਦੇ ਆ ਉਹ ਵੀ ਉਹਦੇ ਹਿਸਾਬ ਨਾਲ ਹੀ ਚੱਲਦੇ ਆ। ਅੱਜ ਜਦ ਵੱਡੀਆਂ ਮਿੱਲਾਂ ਦਾ ਵੀ ਰੇਟ ਨਹੀਂ ਪਤਾ ਲੱਗਦਾ ਪਿਆ ਵੀ ਕਦੋਂ ਵੱਧ ਜਾਣਾ ਆ, ਅਤੇ ਉਹਦੇ ਥੱਲੇ ਹੀ ਜਿੰਨੇ ਲੋਕਲ ਪ੍ਰੋਡਿਊਸਰ ਨੇ, ਚਾਹੇ ਉਹ ਸਾਡੇ ਮੰਡੀ ਗੋਬਿੰਦਗੜ੍ਹ 'ਚ ਬਣ ਰਹੇ ਆ, ਚਾਹੇ ਉਹ ਲੁਧਿਆਣੇ 'ਚ ਬਣ ਰਹੇ, ਜਾਂ ਕਿਤੇ ਹੋਰ ਵੀ ਇੰਡੀਆ 'ਚ ਜਿੱਥੀਆਂ ਵੀ ਮਿੱਲਾਂ ਹੈਗੀਆਂ ਜਿਹੜੀਆਂ ਵੀ ਆ, ਉਹਨਾਂ ਦਾ ਵੀ ਇਹੀ ਹਾਲ ਹੋਇਆ ਆ। ਉਹਨਾਂ ਨੂੰ ਕੋਈ ਪਤਾ ਨਹੀਂ ਸਵੇਰੇ ਉਹਨਾਂ ਨੇ ਕਿਸ ਭਾਅ 'ਤੇ ਸਾਨੂੰ ਮਾਲ ਦੇਣਾ। ਜੀ, ਆਮ ਤੌਰ 'ਤੇ ਕੋਈ ਬੇਸ ਵੀ ਹੁੰਦਾ ਜਿਸ ਆਧਾਰ 'ਤੇ ਤੈਅ ਕਰਦੇ ਨੇ, ਕਿ ਕੋਈ ਨਿਯਮ ਹੁੰਦੇ ਕਿ ਫੋਲੋ ਕਰਨੇ ਹੁੰਦੇ? ਕੋਈ ਅੱਜ ਕੋਈ ਨਿਯਮ ਨਹੀਂ ਹੈ ਜੀ, ਹਰ ਬੰਦੇ ਦਾ ਆਪਣਾ ਰੇਟ ਹੈ। ਉਹ ਕਹਿੰਦਾ ਤੁਸੀਂ ਲੈਣਾ ਲਓ, ਨਹੀਂ ਲੈਣਾ ਨਾ ਲਓ। ਸਾਡੀ ਕੋਈ ਇਹਦੇ ਤਾਂ ਬੰਦਿਸ਼ ਨਹੀਂ ਹੈਗੀ ਵੀ ਅਸੀਂ ਤੁਹਾਨੂੰ ਇਸ ਰੇਟ 'ਤੇ ਕੱਲ੍ਹ ਨੂੰ ਦੇਵਾਂਗੇ। ਉਹ ਸਿਸਟਮ ਹੀ ਹੈ ਨਹੀਂ ਗਾ ਹੁਣ। ਪਹਿਲਾਂ ਇਹ ਕੋਈ ਹੁੰਦਾ ਸੀ, ਦੁਕਾਨਦਾਰ ਕੋਲ ਅਸੀਂ ਜਾਂਦੇ ਸੀ ਜਦੋਂ ਮਾਲ ਲੈਂਦੇ ਸੀ, ਜਾਂ ਜਿਹੜੇ ਡਿਸਟਰੀਬਿਊਟਰ ਹੁੰਦੇ ਸੀ ਵੱਡੀਆਂ ਕੰਪਨੀਆਂ ਦੇ, ਉਹ ਮਾਲ ਦਿੰਦੇ ਸੀ ਅਤੇ ਉਹ ਕਹਿੰਦੇ ਸੀ ਠੀਕ ਹੈ ਜੀ 2 ਮਹੀਨੇ 3 ਮਹੀਨੇ ਕੋਈ ਫਰਕ ਨਹੀਂ, ਤੁਸੀਂ ਜਿੰਨਾ ਮਾਲ ਲੈਣਾ ਇਹੀ ਇਸੀ ਰੇਟ 'ਤੇ ਮਾਲ ਮਿਲੇਗਾ। ਔਰ ਅੱਜ ਦੀ ਟਰੇਡ ਹੈ 1 ਘੰਟੇ ਦਾ ਵੀ ਫਰਕ ਨਹੀਂ ਹੈ, 1 ਘੰਟੇ ਬਾਅਦ ਵੀ ਚੇਂਜ ਹੋ ਰਹੇ ਆ। ਇਹ ਕਿਉਂ ਇੱਦਾਂ ਹੋ ਰਿਹਾ? ਸਰਕਾਰ ਕਿਉਂ ਨਹੀਂ ਇਹਨਾਂ ਵੱਲ ਦੇਖਦੀ ਪਈ, ਜਾਂ ਸਰਕਾਰ ਦੇ ਜਿਹੜੇ ਡਿਪਾਰਟਮੈਂਟਸ ਨੇ ਉਹ ਇਹਨਾਂ ਬਾਰੇ ਕਿਉਂ ਨਹੀਂ ਸੋਚਦੇ ਪਏ? ਆਪਾਂ ਜੇ ਡੀਜ਼ਲ ਦਾ ਹੀ ਦੇਖ ਲਓ, ਸਰਕਾਰ ਨੇ ਕੀ ਕੀਤਾ ਹੁਣ ਆ ਪਿਛਲੇ ਤੁਸੀਂ ਦੇਖੋ 3-4 ਸਾਲਾਂ ਤੋਂ 40-45 ਰੁਪਏ ਤੋਂ ਡੀਜ਼ਲ ਅੱਜ 100 ਰੁਪਏ ਲੀਟਰ ਹੋ ਗਿਆ। ਹਰ ਰੋਜ਼ ਵਧੀ ਜਾ ਰਿਹਾ, ਵਧੀ ਜਾ ਰਿਹਾ, ਵਧੀ ਜਾ ਰਿਹਾ। ਔਰ ਉਸੇ ਚੀਜ਼ ਦੇ ਨਾਲ ਜਿਹੜੀਆਂ ਬਾਕੀ ਚੀਜ਼ਾਂ ਹੁੰਦੀਆਂ ਜਿਹਦੇ 'ਤੇ ਆਉਣੀਆਂ, ਜਿਹਦੇ ਤਾਂ ਡੀਜ਼ਲ ਜਿਹਦਾ ਟਰਾਂਸਪੋਰਟੇਸ਼ਨ ਹੋਣੀ ਆ ਜਾਂ ਪ੍ਰੋਡਕਸ਼ਨ ਹੋਣੀ ਹੈ, ਉਹ ਸਾਰਾ ਕੁਝ ਵੱਧ ਜਾਂਦਾ ਹੈ। ਇਹ ਸਿਸਟਮ ਹੀ ਐਸਾ ਕਲੈਪਸ ਹੋਣ ਵਾਲਾ ਹੋਇਆ ਪਿਆ ਆ ਅੱਜ ਇੰਡਸਟਰੀ ਦਾ, ਜਾਂ ਸਰਕਾਰੀ ਜਿਹੜੇ ਡਿਪਾਰਟਮੈਂਟ ਆ ਇਹਨਾਂ ਉੱਤੇ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਇਸੇ ਕਰਕੇ ਡੇਲੀ ਰੇਟ ਵੱਧ ਰਹੇ ਨੇ। ਔਰ ਸਾਈਕਲ ਇੰਡਸਟਰੀ ਇੱਕ ਐਸੀ ਇੰਡਸਟਰੀ ਆ ਜਿਹਦੇ ਵਿੱਚ ਮਾਰਜਨ ਬਹੁਤ ਘੱਟ ਹੈ, ਕਿਉਂਕਿ ਜੇ ਅਸੀਂ ਵੇਟ ਵਾਈਜ਼ ਦੇਖੀਏ ਜਿੰਨਾ ਲੋਹਾ ਸਾਈਕਲ 'ਤੇ ਲੱਗਦਾ ਔਰ ਉਹਦੇ ਹਿਸਾਬ ਨਾਲ ਜੋ ਅਸੀਂ ਪ੍ਰਾਈਸ ਦਿੰਦੇ ਆ, ਉਹਦੇ ਵਿੱਚ ਬਹੁਤ ਮਿਨੀਮਮ ਮਾਰਜਨ ਹੈਗਾ ਆ। ਕਾਲਾ ਸਾਈਕਲ ਜਿਹੜਾ ਆਮ ਟਰਡੀਸ਼ਨਲ ਸਾਈਕਲ ਸਾਡਾ ਹੈਗਾ, ਉਹ ਤਾਂ ਕਈ ਵਾਰ ਤੁਸੀਂ ਦੇਖੋ ਵੀ ਐਜ਼ ਪਾਰ ਹੀ ਜਾ ਰਿਹਾ, ਜਿੰਨੇ ਕੁ ਦਾ ਪੈਸੇ ਦਾ ਬਣਦਾ ਉਨੇ ਦਾ ਵਿਕ ਗਿਆ। ਜਿਹੜੀ ਇੰਡਸਟਰੀ ਨੂੰ ਥੋੜ੍ਹੇ ਮੋਟੇ ਫੈਂਸੀ ਸਾਈਕਲ ਬਣਾ ਰਹੇ ਆ, ਉਹਦੇ ਵਿੱਚ ਥੋੜ੍ਹੇ ਮੋਟੇ ਪੈਸੇ ਲੱਭਦੇ ਪਏ ਆ। ਅਦਰਵਾਈਜ਼ ਜਿਹੜੀ ਸਾਈਕਲ ਇੰਡਸਟਰੀ ਹੈ ਬਹੁਤ ਬੁਰੇ ਹਾਲਤ ਹੈ। ਮੈਂ ਸਿੱਧੇ ਤੌਰ 'ਤੇ ਇਸ ਦਾ ਅਸਰ ਆਮ ਲੋਕਾਂ 'ਤੇ ਪਿਆ ਹੈ। ਆਮ ਆਦਮੀ ਦੀ ਸਵਾਰੀ ਸਾਈਕਲ ਮੰਨੀ ਜਾਂਦੀ ਹੈ। ਬਿਲਕੁਲ ਜੀ, ਸਭ ਤੋਂ ਦੇਖੋ ਲੋਐਸਟ ਜਿਹੜੀ ਪ੍ਰਾਈਸ ਦੀ ਚੀਜ਼ ਹੈਗੀ ਆ ਉਹ ਸਾਈਕਲ ਹੈ। ਉਸ ਤੋਂ ਬਾਅਦ ਅੱਗੇ ਸਕੂਟਰ, ਮੋਟਰਸਾਈਕਲ, ਬਾਕੀ ਸਾਰੀਆਂ ਚੀਜ਼ਾਂ ਦੇ ਆਮ ਬੰਦਾ ਜਿਹੜਾ ਹੈਗਾ ਉਹਨੇ ਸਾਈਕਲ ਚਲਾਉਣਾ ਹੈ ਔਰ ਆਰਡੀਨਰੀ ਸਾਈਕਲ ਚਲਾਉਣਾ ਹੈ। ਉਹ ਸਾਈਕਲ ਜਿਹੜਾ ਹੈਗਾ ਅੱਜ ਜੇ ਆਪਾਂ ਉਹਨੂੰ ਦੇਖੀਏ, ਜਿੱਦਾਂ ਹੁਣ ਰੇਟ ਦੀ ਅੱਗੇ ਆਵਾਜ਼ ਆ ਰਹੀ ਹੈ ਜੀ, ਇਹ 5 ਤੋਂ ਰਹਿ ਕੇ 7 ਰੁਪਏ 8 ਰੁਪਏ ਤੱਕ ਵਧਣ ਦੇ ਫਿਰਦੇ ਪਏ ਆ, ਰੋਜ਼ ਪੇਪਰਾਂ 'ਚ ਇਹ ਆ ਰਿਹਾ। ਤਾਂ ਇਹ ਜ਼ਰੂਰ ਵਧੇਗਾ। ਮੈਂ ਜਿਹੜੀ ਪੇਪਰ 'ਚ ਗੱਲ ਆ ਜਾਂਦੀ ਆ, ਇਟ ਮੀਨਸ ਕੁਛ ਨਾ ਕੁਛ ਉਹਦਾ ਚਾਂਸ ਹੁੰਦਾ ਵਾ। ਔਰ ਅੱਜ ਵੱਧ ਜੇ ਕਿਉਂਕਿ 2000-3000 ਤਾਂ ਵੱਧ ਚੁੱਕਿਆ ਆ ਜਿਹੜੇ 2-3 ਦਿਨਾਂ ਦੇ ਵਿੱਚ ਜਿਹੜਾ ਹੋ ਗਿਆ। ਅੱਗੇ ਹੋਰ ਕਿੰਨਾ ਵਧਣਾ ਆ ਕੋਈ ਕਿਸੇ ਨੂੰ ਪਤਾ ਨਹੀਂ ਹੈਗਾ। ਔਰ ਇੰਡਸਟਰੀ ਨੂੰ ਜਿਹੜਾ ਹੈਗਾ ਚਲਾਉਣ ਵਾਸਤੇ ਅਸੀਂ ਇਸੇ ਕਰਕੇ ਪ੍ਰੋਟੈਸਟ ਕਰ ਰਹੇ ਹਾਂ ਸਰਕਾਰ ਨੂੰ ਵੀ ਤੁਸੀਂ ਕੁਛ ਸੋਚੋ ਤਾਂ ਸਹੀ। ਮੇਕ ਇਨ ਇੰਡੀਆ ਐਂਡ ਮੇਡ ਇਨ ਇੰਡੀਆ ਕਿੱਦਾਂ ਬਣ ਜੂਗਾ ਜੇ ਤੁਹਾਡੀ ਇੰਡਸਟਰੀ ਦੇ ਰॉ ਮਟੀਰੀਅਲ ਹੀ ਤੁਹਾਡੇ ਕੋਲ ਨਹੀਂ ਰਹਿਣਗੇ। ਜੀ,
ਜੀ ਜਦੋਂ ਮੇਕ ਇਨ ਇੰਡੀਆ ਦਾ ਦਾਅਵਾ ਜੋ ਪ੍ਰਧਾਨ ਮੰਤਰੀ ਕਰ ਰਹੇ ਨੇ, ਲੇਕਿਨ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਹੁਣ ਇਹ ਪੈਟਰੋਲ ਡੀਜ਼ਲ ਦੇ ਰੇਟਾਂ ਹੀ ਵੱਧ ਕੀਤੇ, ਤੁਹਾਨੂੰ ਕੋਲੇ ਦਾ ਰੇਟ ਜਿਹੜਾ ਕੋਲੇ ਦੀ ਘਾਟ ਆਈ ਹੋਈ ਹੈ, ਕਿਉਂਕਿ ਇਹ ਵੀ ਸੁਣ 'ਚ ਆਇਆ ਹੈ ਕਿ ਜਿਹੜੀ ਸਟੀਲ ਇੰਡਸਟਰੀ ਨੂੰ ਕੋਲਾ ਚਾਹੀਦਾ ਹੁੰਦਾ ਹੈ ਪਿਘਲਾਉਣ ਵਾਸਤੇ। ਤੁਹਾਨੂੰ ਲੱਗਦਾ ਕਿ ਉਸ ਦੀ ਜਿਹੜੀ ਕਮੀ ਦਾ ਵੀ ਇੱਕ ਅਸਰ ਪੈ ਰਿਹਾ ਹੈ ਰੇਟਾਂ 'ਚ ਵਾਧੇ ਦਾ? ਦੇਖੋ, ਕੋਲ ਮਾਈਨਸ ਜਿਹੜੀਆਂ ਹੈਗੀਆਂ ਸਾਰੀਆਂ ਸਰਕਾਰ ਦੀਆਂ, ਠੀਕ ਆ, ਉਹਨਾਂ ਨੇ ਜਿਹੜੀ ਜਾਂ ਕਿਸੇ ਨੂੰ ਜਿੱਦਾਂ ਦਿੱਤੀਆਂ ਹੋਈਆਂ, ਉੱਥੇ ਕਰੋੜਾਂ ਅਰਬਾਂ ਇਹਨਾਂ ਕੋ ਖਰਬਾਂ ਜਿਹੜਾ ਹੈ ਟਨ ਕਰੋੜਾ ਕੋਲਾ ਪਿਆ ਆ। ਕਿਉਂ ਨਹੀਂ ਉਹਦਾ ਸਿਸਟਮ ਬਣਾਉਂਦੇ? ਸਾਡੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗਾ ਦੈਟ ਇਜ਼ ਨਾਟ ਸਿਸਟਮ ਨਾ ਹੋਣਾ। ਸਿਸਟਮ ਜਦੋਂ ਨਹੀਂ ਕਿਤੇ ਵੀ ਹੁੰਦਾ, ਕੋਈ ਵੀ ਹਿਸਾਬ ਨਾਲ ਨਹੀਂ ਚੱਲਦਾ ਕੰਮ, ਤਾਂ ਹੀ ਇਹ ਸਾਰੇ ਕੁਝ ਹੁੰਦਾ ਆ। ਇੱਕ ਆਮ ਸਿੰਪਲ ਚੀਜ਼ ਆ, ਇੱਕ ਰੇਤਾ ਜਾਂ ਬਜਰੀ ਜਿਹੜੀ ਹੈਗੀ ਆ, ਨਹਿਰਾਂ 'ਚੋਂ ਰੇਤਾ ਆਪਾਂ ਕੱਢਦੇ ਹਾਂ, ਸਾਡੇ ਉਹਦਾ ਵੀ ਸਿਸਟਮ ਹੈ ਨਹੀਂ ਗਾ। ਅਤੇ ਉਹਦਾ ਸਿਸਟਮ ਨਾ ਹੋਣ ਕਰਕੇ ਜਿਹੜੀ ਟਰਾਲੀ 1100-1200 ਰੁਪਏ ਦੀ ਮਿਲਦੀ ਸੀ, ਉਹ 4-4000 5-5000 ਨੂੰ ਮਿਲਣ ਲੱਗ ਗਈ। ਇਹੀ ਕੋਲੇ ਦਾ ਹਾਲ ਹੈ। ਕੋਈ ਸਿਸਟਮ ਹੀ ਨਹੀਂ ਹੈਗਾ। ਕਿਸੇ ਸਿਸਟਮ ਦੇ ਵਿੱਚ ਨਹੀਂ ਚੱਲੋਗੇ ਤਾਂ ਅੱਜ ਜਿਹੜਾ ਕੋਲਾ ਨਹੀਂ ਮਿਲਦਾ ਪਿਆ, ਅੱਜ ਕੋਲਾ ਇੰਨਾ ਮਹਿੰਗਾ ਹੋ ਰਿਹਾ, ਉਸੇ ਕਰਕੇ ਹਰ ਬੰਦਾ ਇਹੀ ਕਹਿ ਰਿਹਾ ਵੀ ਕੋਲਾ ਮਹਿੰਗਾ ਹੋ ਗਿਆ ਜੀ, ਮਾਲ ਮਹਿੰਗਾ ਵਿਕੇਗਾ। ਉਹ ਮਾਲ ਮਹਿੰਗਾ ਆਏਗਾ ਤਾਂ ਅੱਗੇ ਜਿਹੜੀ ਲੈਣ ਵਾਲੇ ਬੰਦੇ ਨੇ, ਇੱਕ ਤਾਂ ਕੋਵਿਡ ਕਰਕੇ ਮਾਰਕੀਟ ਉੱਦਾਂ ਹੀ ਹਿੱਲੀ ਪਈ ਆ, ਬਹੁਤ ਕੰਮ ਜਿਹੜੇ ਹੈ ਬੰਦ ਹੋਏ ਆ, ਉਹਦੇ ਕਰਕੇ ਬਹੁਤ ਜ਼ਿਆਦਾ ਅਨਐਮਪਲੋਇਮੈਂਟ ਹੋਈ ਪਈ ਆ। ਖੋਹਾਂ ਹੋ ਰਹੀਆਂ ਇਸੇ ਕਰਕੇ, ਕਿਉਂਕਿ ਲੋਕਾਂ ਕੋਲ ਕੰਮ ਹੈ ਨਹੀਂ, ਉਹਨਾਂ ਕੋਲ ਪੈਸਾ ਹੈ ਨਹੀਂ ਕਿਸੇ ਤਰ੍ਹਾਂ ਖਾਣਾ ਪੀਣਾ ਖਾਣ ਨੂੰ, ਉਹ ਕੁਛ ਨਾ ਕੁਛ ਕਰਦੇ ਪਏ, ਚੋਰੀਆਂ ਹੋ ਰਹੀਆਂ। ਸਰਕਾਰ ਇਹਨਾਂ ਚੀਜ਼ਾਂ 'ਤੇ ਬਿਲਕੁਲ ਧਿਆਨ ਨਹੀਂ ਦੇ ਰਹੀ ਹੈਗੀ। ਜਿਹੜੀਆਂ ਚੀਜ਼ਾਂ 'ਤੇ ਧਿਆਨ ਦੇਣ ਵਾਲਾ ਆ, ਉਹਦੇ 'ਤੇ ਸਾਡਾ ਧਿਆਨ ਨਹੀਂ ਹੈ। ਜਿਹੜੀਆਂ ਚੀਜ਼ਾਂ 'ਤੇ ਸਾਡਾ ਧਿਆਨ ਨਹੀਂ ਕਰਨ ਵਾਲਾ, ਜਿੱਦਾਂ ਹੁਣ ਕਾਨੂੰਨ ਬਣਾ ਦਿੱਤਾ ਸਾਰਾ ਕਿਸਾਨਾਂ ਦੇ ਉੱਤੇ, ਉਹ ਇੱਕ ਪਾਸੇ ਦਾ ਕਿਸਾਨ ਜਿਹੜਾ ਕਾਨੂੰਨ ਲੈਣ ਨੂੰ ਤਿਆਰ ਨਹੀਂ ਹੈ, ਤੁਸੀਂ ਉਹਦੇ 'ਤੇ ਥੋਪੀ ਜਾ ਰਹੇ ਹੋ। ਔਰ ਸਾਲ ਹੋ ਗਿਆ, ਉਹ ਬੰਦੇ ਵੀ ਉੱਥੇ ਪਰੇਸ਼ਾਨ ਬੈਠੇ ਆ। ਸਾਰਾ ਕੁਝ ਜੇ ਖਾਣ ਪੀਣ ਦੀਆਂ ਚੀਜ਼ਾਂ ਹੀ ਇੰਨੀਆਂ ਮਹਿੰਗੀਆਂ ਕਰ ਦੇਣਗੇ, ਜਿੱਦਾਂ ਇਹ ਸੋਚਦੇ ਪਏ, ਜਿੱਦਾਂ ਅਸੀਂ ਦੇਖਦੇ ਹਾਂ ਵੱਡੇ ਵੱਡੇ ਸਟੋਰਾਂ ਦੇ ਵਿੱਚ ਕਿੱਦਾਂ ਮਾਲ ਪਿਆ, ਅਤੇ ਕੀ ਹੋਊਗਾ? ਸਾਰਾ ਬੰਦਾ ਜਿਹੜਾ ਭੁੱਖਾ ਮਰਨ ਲੱਗ ਜੂਗਾ। ਫਿਰ ਕੀ ਕਰੂਗਾ? ਹਿੰਦੁਸਤਾਨ ਤਰੱਕੀ ਕਰ ਜੂਗਾ? ਬਿਲਕੁਲ ਤਰੱਕੀ ਨਹੀਂ ਹੋਣੀ ਹੈ। ਹਿੰਦੁਸਤਾਨ ਦੀ ਤਰੱਕੀ ਜੇ ਸਰਕਾਰ ਚਾਹੁੰਦੀ ਹੈ ਤਾਂ ਸਰਕਾਰ ਨੂੰ ਇਹਨਾਂ ਚੀਜ਼ਾਂ 'ਤੇ ਬੰਨ੍ਹ ਲਾਉਣਾ ਪਏਗਾ, ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਪਏਗਾ, ਜਿਹੜੀਆਂ ਪ੍ਰਾਈਸਿਸ ਉਹਨਾਂ 'ਤੇ ਕੰਟਰੋਲ ਕਰਨਾ ਪਏਗਾ, ਤਾਂ ਜਾ ਕੇ ਹਿੰਦੁਸਤਾਨ ਤਰੱਕੀ ਕਰ ਸਕਦਾ। ਅਦਰਵਾਈਜ਼ ਜਿਹੜੀ ਹਿੰਦੁਸਤਾਨ ਦੀ ਸਮੋਲ ਸਕੇਲ ਜਾਂ ਮਾਈਕਰੋ ਸਕੇਲ ਇੰਡਸਟਰੀ ਆ, ਇਹ ਸਾਰੀ ਬੰਦ ਹੋ ਜਾਏਗੀ। ਸਾਈਕਲ ਟਰੇਡ ਦੇ ਵਿੱਚੋਂ ਅੱਜ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 5-10 ਹਜ਼ਾਰ ਫੈਕਟਰੀ ਜਿਹੜੀ ਲੁਧਿਆਣੇ ਦੇ ਵਿੱਚ ਉਹ ਬੰਦ ਹੋ ਚੁੱਕੀ ਹੈ। ਔਰ 5-10 ਹਜ਼ਾਰ ਜਿਹੜੀ ਆ ਅਗਲੇ ਇਸ ਸਾਲ ਦੇ ਜਦੋਂ ਖ਼ਤਮ ਹੋਏਗਾ ਟੈਨਿਓਰ ਮਾਰਚ ਤੱਕ ਹੋਰ ਬੰਦ ਹੋ ਜਾਏਗੀ, ਕਿਉਂਕਿ ਜਿਹੜਾ ਮਾਲ ਚਾਈਨਾ ਤੋਂ ਆ ਰਿਹਾ ਉਹਦੇ 'ਤੇ ਸਰਕਾਰ ਦਾ ਕੋਈ ਪਾਬੰਦੀ ਨਹੀਂ ਹੈ, ਕੋਈ ਉਹਦੇ 'ਤੇ ਪ੍ਰਾਈਸਿੰਗ ਨਹੀਂ ਚੈੱਕ ਹੋ ਰਹੀ, ਕੋਈ ਕੁਛ ਨਹੀਂ ਹੋ ਰਿਹਾ। ਉਹ ਅੰਡਰ ਬਿਲਿੰਗ ਹੋ ਕੇ ਮਾਲ ਇੱਥੇ ਵਿਕ ਰਿਹਾ ਆ ਕੇ। ਔਰ ਜਿਹੜਾ ਲੋਕਲ ਮਾਲ ਹੈ ਉਹਦੇ ਵਿੱਚ ਵਾਇਬਿਲਿਟੀ ਨਹੀਂ ਰਹਿ ਗਈ ਆ ਲੋਕਾਂ ਨੂੰ, ਅਤੇ ਉਹ ਇੰਡਸਟਰੀਆਂ ਬੰਦ ਹੋ ਜਾਣਗੀਆਂ। ਅਤੇ ਆਪੇ ਅੱਗੇ ਦੇਖ ਲਓ ਸਰਕਾਰ ਕੀ ਕਰਨਾ ਚਾਹੁੰਦੀ ਆ। ਇੱਥੇ ਇੰਡੀਆ ਦੇ ਵਿੱਚ ਟ੍ਰੇਡਿੰਗ ਇੰਡੀਆ ਬਣ ਜਾਏਗਾ, ਨਾ ਕਿ ਮੈਨੂਫੈਕਚਰਿੰਗ ਇੰਡੀਆ ਬਣੇਗਾ। ਮਤਲਬ ਇੱਕ ਪਾਸੇ ਚਾਈਨਾ ਦੀ ਮਾਰ, ਦੂਜੇ ਪਾਸੇ ਆਪਣੀ ਸਰਕਾਰਾਂ ਦੀ ਕਮੀ, ਸਿੱਧਾ ਅਸਰ ਇੰਡਸਟਰੀ 'ਤੇ ਪਏਗਾ। ਬਿਲਕੁਲ ਸਾਡਾ ਸਿੱਧਾ ਅਸਰ ਇਸੇ ਇੰਡਸਟਰੀ 'ਤੇ ਪੈ ਰਿਹਾ, ਕਿਉਂਕਿ ਜਿਹੜਾ ਬਾਹਰੋਂ ਮਾਲ ਆ ਰਿਹਾ ਉਹ ਅੰਡਰ ਬਿਲਿੰਗ ਹੋ ਕੇ ਆ ਰਿਹਾ, ਉਹਦੀ ਪ੍ਰੋਬਲਮ। ਦੂਸਰਾ ਜਿਹੜਾ ਲੋਕਲ ਇੰਡਸਟਰੀ ਆ ਉਹਨੂੰ ਮਾਲ ਨਹੀਂ ਮਿਲਦਾ ਪਿਆ, ਜੇ ਮਿਲਦਾ ਪਿਆ ਤਾਂ ਉਹਦੀ ਕੋਈ ਪ੍ਰਾਈਸਿੰਗ ਫਿਕਸ ਨਹੀਂ ਹੈਗੀ। ਅੱਜ ਕੋਈ ਪ੍ਰਾਈਸ ਆ, ਕੱਲ੍ਹ ਨੂੰ ਕੋਈ ਪ੍ਰਾਈਸ ਆ, ਉਸ ਕਰਕੇ ਉਹ ਮਾਰ ਖਾ ਰਹੀ ਆ ਇੰਡਸਟਰੀ। ਔਰ ਡੇ ਬਾਈ ਡੇ ਇੰਡਸਟਰੀ ਜਿਹੜੀ ਉਹ ਬੰਦ ਹੋ ਰਹੀ ਆ, ਔਰ ਇਹੀ ਹਾਲ ਰਿਹਾ ਤਾਂ ਸਾਈਕਲ ਇੰਡਸਟਰੀ ਜਿਹੜੀ ਆ ਬਹੁਤ ਜ਼ਿਆਦਾ ਕਲੈਪਸ ਕਰ ਜਾਏਗੀ। ਇਹ ਸਨ ਅਵਤਾਰ ਸਿੰਘ ਭੋਗਲ, ਜਿਨ੍ਹਾਂ ਸਾਫ਼ ਤੌਰ 'ਤੇ ਬੇਬਾਕ ਸ਼ਬਦਾਂ 'ਚ ਕਿਹਾ ਹੈ ਕਿ ਇੱਕ ਪਾਸੇ ਚਾਈਨਾ ਦੀ ਮਾਰ ਪੈ ਰਹੀ ਹੈ, ਦੂਸਰੇ ਪਾਸੇ ਸਰਕਾਰੀ ਜਿਹੜੀ ਕਮੀ ਹੈ, ਕਿਉਂਕਿ ਲਗਾਤਾਰ ਜਿਹੜੇ ਆ ਜੇ ਕੋਲ ਦੀ ਗੱਲ ਕੀਤੀ ਜਾਵੇ ਉਸ ਨੂੰ ਬਹਾਨਾ ਬਣਾਇਆ ਜਾਏ ਜਾਂ ਹੋਰ ਕੋਈ ਕਾਰਨ ਬਣਾ ਕੇ ਜੇ ਸਟੀਲ ਦੇ ਰੇਟਾਂ ਵਾਧਾ ਹੋ ਰਿਹਾ ਹੈ, ਸਿੱਧਾ ਅਸਰ ਕਾਰੋਬਾਰ 'ਤੇ ਪੈ ਰਿਹਾ ਹੈ। ਅਗਰ ਜੇਕਰ ਅਜਿਹਾ ਹੀ ਚੱਲਦਾ ਰਿਹਾ, ਇਹਨਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸੈਕੰਡ ਇੰਡਸਟਰੀ 'ਤੇ ਬਹੁਤ ਮਾੜਾ ਪ੍ਰਭਾਵ ਪਏਗਾ। ਤੁਸੀਂ ਦੇਖ ਸਕਦੇ ਹੋ ਜਨਹਿਤੇਸ਼ੀ ਲੁਧਿਆਣਾ ਤੋਂ ਅਨੁਜ ਕੁਮਾਰ ਦੀ ਰਿਪੋर्ट। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।